व्यूअर्स वेलकम बैक टू न्यूज़ TV 84। ब्रेक तो बाद साना जुड़ चुके हैं सरदार जसवंत सिंह होठी, अमेरिकन प्रेजिडेंट ऑफ अमेरिकन गुरुद्वारा प्रबंधक कमेटी। जी वीर जी, वाहिगुरू जी का खालसा, वाहिगुरू जी की फतेह। हाँ जी भैन जी, वाहिगुरू जी का खालसा, वाहिगुरू जी की फतेह जी। ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਹ ਨਵੰਬਰ ਦਾ ਮਹੀਨਾ ਹੈ। ਅੱਜ ਤੋਂ 29 ਸਾਲ ਪਹਿਲਾਂ ਭਾਰਤ ਦੀ ਸਰਕਾਰ ਨੇ ਸਿੱਖਾਂ ਤੇ ਉੱਪਰ ਬਹੁਤ ਕਹਿਰ ਢਾਇਆ। ਸਮੇਂ ਦੀ ਸਰਕਾਰ ਨੇ ਸਾਨੂੰ ਇਹ ਵੀ ਕਿਹਾ ਕਿ ਇਹ ਸਭ ਕੁਝ ਭੁੱਲ ਜਾਓ। ਇਹ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਥੋੜੀ ਜਾਣਕਾਰੀ ਦਿਓ। ਹਾਂਜੀ ਭੈਣ ਜੀ, ਸਭ ਤੋਂ ਪਹਿਲਾਂ ਮੈਂ TV 84 ਦੇ ਸਮੂਹ ਸਰੋਤਿਆਂ ਨੂੰ, ਤੁਹਾਡੀ ਸਮੁੱਚੀ ਟੀਮ ਨੂੰ ਫਿਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪ ਜੀ ਨੇ ਗੱਲ ਕੀਤੀ ਆ 1984 ਦੀ, ਉਹ ਆਪ ਇਸ ਗੱਲ ਤੋਂ ਭਲੀ ਭਾਂਤ ਜੁੜ ਕੇ 29 ਸਾਲ ਜਿਹੜੇ ਬੀਤ ਗਏ ਨੇ ਕੌਮ ਨੂੰ ਇਹ ਦੁੱਖ ਹੰਢਾਉਂਦਿਆਂ, ਔਰ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋ ਗਏ ਔਰ ਉਹਨਾਂ ਦੇ ਅੱਜ ਬੱਚੇ ਵੀ ਜਿਹੜੇ ਨੌਜਵਾਨ ਹੋ ਗਏ। ਪਰ ਦੇਖੋ 29 ਸਾਲ ਵੀ ਜਿਸ ਮੁਲਕ ਦੇ ਵਿੱਚ ਸਿੱਖਾਂ ਨੇ ਉਸ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ, ਔਰ ਅੱਜ ਉਸੇ ਹੀ ਦੇਸ਼ ਦੇ ਵਿੱਚ ਸਿੱਖਾਂ ਨਾਲ ਕੀ ਵਰਤਾਅ ਕੀਤਾ ਜਾ ਰਿਹਾ, ਔਰ ਸਿੱਖਾਂ ਨੂੰ ਕੁੱਟਿਆ ਵੀ ਗਿਆ, ਮਾਰਿਆ ਵੀ ਗਿਆ। ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਉਸ ਮੁਲਕ ਦੇ ਵਿੱਚ ਰਹਿੰਦੇ ਹੋਏ ਜਿਹੜਾ ਹਾਲੇ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਸੋ ਮੈਂ ਸਮਝਦਾ ਕਿ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਨੇ ਉਹ ਸਿਰਫ ਇਸ ਇੰਸੀਡੈਂਟ ਨੂੰ, ਇਸ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਹੋਈ ਆ, ਉਹਨੂੰ ਇੱਕ ਵੋਟ ਬੈਂਕ ਦੀ ਨਜ਼ਰ ਨਾਲ ਦੇਖ ਰਹੇ ਆ। ਸਰਕਾਰ ਹੋਵੇ, BJP ਸਰਕਾਰ ਹੋਵੇ ਜਾਂ ਕਾਂਗਰਸ ਦੀ ਸਰਕਾਰ ਹੋਵੇ, ਇਹ ਸਾਰਿਆਂ ਨੇ ਹੀ ਇਸ ਮਸਲੇ ਨੂੰ ਜਿਹੜਾ ਕੋਈ ਸੀਰੀਅਸ ਨਹੀਂ। ਜਦੋਂ ਕਿਤੇ ਸਰਕਾਰਾਂ ਬਣਦੀਆਂ ਨੇ, ਵੋਟਾਂ ਦਾ ਟਾਈਮ ਆਉਂਦਾ, ਤੇ ਜਿਹੜੇ ਦਿੱਲੀ ਵਾਲੇ ਸਰਕਾਰ ਆ ਤੇ ਉਹ 84 ਦਾ ਏਜੰਡਾ ਲੈ ਪੈਂਦੇ ਨੇ, ਤੇ ਜਿਹੜੇ 84 ਦੇ ਵਿੱਚ ਸਾਡੇ ਪੰਜਾਬ ਦੇ ਤਾਂ ਵਾਪਰਿਆ ਉਹਦਾ ਕੋਈ ਨਾਂ ਨਹੀਂ ਲੈਂਦਾ। ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਇਹਨੂੰ ਇੱਕ ਫੁੱਟਬਾਲ ਦੀ ਗਰਾਊਂਡ ਤਰ੍ਹਾਂ, ਜਿਵੇਂ ਗਰਾਊਂਡ ਦੇ ਵਿੱਚ ਫੁੱਟਬਾਲ ਖੇਲੀ ਦਾ, ਇਹ ਜਿਹੜੀਆਂ ਹਕੂਮਤਾਂ ਨੇ ਸਮੇਂ ਸਮੇਂ ਦੀਆਂ ਇਸ ਇਸ਼ੂ ਨੂੰ 84 ਦੇ ਵਿੱਚ ਜੋ ਦਿੱਲੀ ਦੇ ਵਿੱਚ ਹੋਇਆ, ਔਰ ਜੂਨ 1984 ਦੇ ਵਿੱਚ ਜੋ ਦਰਬਾਰ ਸਾਹਿਬ ਔਰ ਸਮੁੱਚੇ ਦੇਸ਼ ਦੇ ਵਿੱਚ ਸਿੱਖਾਂ ਦੀ ਜਿਹੜੀ ਖੂਨ ਦੀ ਹੋਲੀ ਖੇਲੀ ਗਈ, ਮੇਰਾ ਖਿਆਲ ਇਹਦੇ ਨਾਲ ਜਿਹੜੇ ਸਿੱਖਾਂ ਦੇ ਹਿਰਦੇ ਆ ਉਹ ਬੜੇ ਬਲੁੰਦਰੇ ਗਏ ਜੀ। ਬਿਲਕੁਲ ਬਿਲਕੁਲ ਵੀਰ ਜੀ ਇਹ ਵੀ ਦੱਸੋ, ਹੁਣ ਇਸ ਨਾਨਕਸ਼ਾਹੀ ਕੈਲੰਡਰ ਬਾਰੇ ਵੀ ਗੱਲਬਾਤ ਕਰਦੇ। ਜਿਹੜੀ ਸਿਆਟਲ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਹੋਏ ਸੈਮੀਨਾਰ ਵਿੱਚ ਤੁਸੀਂ ਸ਼ਮੂਲੀਅਤ ਕੀਤੀ, ਇਹ ਸੈਮੀਨਾਰ ਕਿਵੇਂ ਰਿਹਾ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਹਾਂਜੀ ਭੈਣ ਜੀ, ਅਸੀਂ 26 ਅਕਤੂਬਰ ਬੀਤਿਆ ਪਿਛਲਾ ਹਫ਼ਤਾ ਤੇ ਸਿਆਟਲ ਦੇ ਵਿੱਚ ਜਿਹੜੀ ਇੱਥੇ ਨੌਜਵਾਨਾਂ ਦੀ ਜਥੇਬੰਦੀ ਆ ਵਰਲਡ ਸਿੱਖ ਫੈਡਰੇਸ਼ਨ, ਉਹਨਾਂ ਨੇ ਸਮੁੱਚੀਆਂ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ, ਸਿੱਖ ਸੰਸਥਾਵਾਂ ਨੂੰ ਔਰ ਸਿੱਖਾਂ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਇੱਕ ਖੁੱਲੀ ਕਾਲ ਕੀਤੀ ਸੀ ਕਿ ਆਓ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਵਿਚਾਰਾਂ ਕੀਤੀਆਂ ਜਾਣ। ਉੱਥੇ ਜਿਹੜੀ ਖੁੱਲ ਕੇ ਇਹੀ ਵਿਚਾਰ ਹੋਈ ਹੈ ਕਿ ਪਾਲ ਸਿੰਘ ਜੀ ਪੁਰੇਵਾਲ, ਜਿਨ੍ਹਾਂ ਦਾ ਆਪਾਂ ਨਾਂ ਲੈਣਾ ਜ਼ਰੂਰੀ ਸਮਝਦੇ ਹਾਂ, ਪਰ ਨਾਨਕਸ਼ਾਹੀ ਕੈਲੰਡਰ ਜਿਹੜਾ ਇੱਕ ਕੌਮ ਦਾ ਮੈਂ ਸਮਝਦਾ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੈ, ਔਰ ਉਸ ਕੈਲੰਡਰ ਨੂੰ ਕਿੰਨੇ ਸੰਘਰਸ਼ ਦੇ ਵਿੱਚ ਦੀ ਲੰਘਣਾ ਪਿਆ। ਹਰ ਇੱਕ ਕੌਮ ਦਾ ਆਪੋ ਆਪਣਾ ਕੈਲੰਡਰ ਹੈ, ਔਰ ਕੌਮਾਂ ਉਹ ਮਾਣ ਕਰਦੀਆਂ ਨੇ। ਇਹ ਸਿੱਖਾਂ ਦਾ ਇੱਕ ਦਸਤਾਵੇਜ਼ ਸੀ ਨਾਨਕਸ਼ਾਹੀ ਕੈਲੰਡਰ, ਜਿਹੜਾ ਅਸੀਂ ਹਾਲੇ ਵੀ ਸਮਝਦੇ ਹਾਂ ਕਿ ਜਿਹੜੇ ਲੋਕ ਜਗ ਦੀਆਂ ਜ਼ਮੀਰਾਂ ਵਾਲੇ ਨੇ, ਪ੍ਰਬੰਧਕ ਨੇ, ਉਹ ਹਾਲੇ ਵੀ ਉਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਆਪਣੇ ਜਿਹੜੇ ਗੁਰਪੁਰਬ ਨੇ, ਦਿਹਾੜੇ ਮਨਾ ਰਹੇ ਨੇ। ਇਸ ਇਕੱਠ ਦੇ ਵਿੱਚ ਤਕਰੀਬਨ 100 ਤੋਂ ਵੱਧ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਕੈਨੇਡਾ ਅਤੇ ਅਮਰੀਕਾ ਦੇ ਜਿਹੜੇ ਮੁੱਖ ਗੁਰੂ ਘਰ ਸੀ, ਉਹਨਾਂ ਦੇ ਪ੍ਰਬੰਧਕਾਂ ਨੇ ਆ ਕੇ ਇੱਕ ਜਿਹੜਾ ਉੱਥੇ ਪ੍ਰਣ ਪੱਤਰ ਲੋਕਾਂ ਤੋਂ ਭਰਵਾਇਆ, ਔਰ ਇੱਕ ਜਿਹੜਾ ਮਤਾ ਪਾਸ ਕੀਤਾ ਕਿ ਉਹ ਫਿਰ ਦੁਬਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਅਪੀਲ ਕਰਦੇ ਨੇ ਕਿ ਜਿਵੇਂ ਬਾਹਰ ਪ੍ਰਦੇਸ਼ਾਂ ਦੇ ਵਿੱਚ ਲੋਕਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਅਪਣਾਇਆ, ਇਵੇਂ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਅਪੀਲ ਕਰਨ ਕਿ ਅਸਲੀ ਨਾਨਕਸ਼ਾਹੀ ਕੈਲੰਡਰ
ਜੋ ਕਿ ਲੋਕਾਂ ਦੇ ਵਿੱਚ ਬੜੇ ਭਰਮ ਭੁਲੇਖੇ ਪਾ ਜਾ ਰਹੇ ਨੇ। ਮੈਂ ਇਹ ਗੱਲ ਬੜੇ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਬਾਹਰਲੇ ਸਿੱਖਾਂ ਨੇ ਉਹੀ ਕੈਲੰਡਰ ਅਪਣਾਇਆ ਜਿਹੜਾ 2003 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੇ ਵਿੱਚ ਪਾਸ, ਉਹਨਾਂ ਦੇ ਜਨਰਲ ਹਾਊਸ ਦੇ ਵਿੱਚ ਪਾਸ ਕੀਤਾ ਗਿਆ। ਔਰ ਜਦੋਂ ਇਹਨੂੰ ਸੋਧ ਦੇ ਨਾਂ ਤੇ ਰੱਦ ਕਰਦੇ ਨੇ, ਸੋਧਾਂ ਕਰਦੇ ਨੇ, ਉਹ ਪ੍ਰੋਪਰ ਜਿਹੜਾ ਸੀ ਪ੍ਰੋਸੀਜਰ ਫਾਲੋ ਨਹੀਂ ਕੀਤਾ ਗਿਆ। ਸਿਰਫ 2 ਬੰਦਿਆਂ ਦੀ, ਇੱਕ ਅਵਤਾਰ ਸਿੰਘ ਮੱਕੜ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ, ਤੇ ਬਾਬਾ ਹਰਨਾਮ ਸਿੰਘ ਜੀ ਧੁੰਮਾ ਜਿਹੜੇ ਦਮਨੀ ਟਕਸਾਲ ਦੇ ਮੁਖੀ ਨੇ, ਔਰ ਦੋਵੇਂ ਵਿਅਕਤੀਆਂ ਨੇ ਇਹ ਬਿਆਨ ਦਿੱਤੇ ਨੇ ਕਿ ਇਸ ਕੈਲੰਡਰ ਬਾਰੇ ਕੁਝ ਨਹੀਂ ਜਾਣਦੇ। ਸੋ ਇਹ ਸ਼ਰੇਆਮ ਇੱਕ ਸਿੱਖ ਕੌਮ ਦੇ ਨਾਲ ਧੱਕਾ ਕੀਤਾ ਜਾ ਰਿਹਾ। ਜਿਹੜਾ ਕੈਲੰਡਰ ਪੰਜਾਬ ਗੌਰਮੈਂਟ ਨੇ ਅਪਣਾਇਆ 6 ਸਾਲ, ਭਾਰਤ ਗੌਰਮੈਂਟ ਨੇ ਅਪਣਾਇਆ, ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ, ਅਚਨਚੇਤ ਉਹਦਾ ਜਿਹੜਾ ਭੋਲ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਸਮਝਦਾ ਕਿ ਬਾਹਰ ਬੈਠਾ ਸਿੱਖ ਜਿਹੜਾ ਆਜ਼ਾਦ ਹਵਾ ਦੇ ਵਿੱਚ ਸਾਹ ਰਹਿ ਰਿਹਾ, ਉਹ ਕਦੇ ਵੀ ਇਹੋ ਜਿਹੀ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਸੋ ਉਸ ਦਿਨ ਜੋ ਪ੍ਰਣ ਲਿਆ ਗਿਆ ਕਿ ਜਿੰਨਾ ਚਿਰ ਅਸੀਂ ਇਹ ਸਮਝਦੇ ਹਾਂ ਕਿ ਗੁਰਬਾਣੀ ਇੱਕ ਚੀਜ਼ ਹੈ ਸਾਡੀ ਜਿਹਦੇ ਵਿੱਚ ਕੋਈ ਸੋਧ ਨਹੀਂ ਹੋ ਸਕਦੀ, ਅਦਰਵਾਈਜ਼ ਕੈਲੰਡਰ ਦੇ ਵਿੱਚ ਸੋਧਾਂ ਕੀਤੀਆਂ ਜਾ ਸਕਦੀਆਂ, ਪਰ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਬਦਲਾਅ ਦੀ 11 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੂੰ ਦੁਬਾਰਾ ਬਿਠਾਇਆ ਜਾਵੇ, ਪਾਲ ਸਿੰਘ ਪੋਏਵਾਲ ਜੀ ਉਹਨਾਂ ਨੂੰ ਸੱਦਿਆ ਜਾਵੇ, ਔਰ ਜੇ ਕੋਈ ਇੱਕ ਅੱਧਾ ਦਿਹਾੜਾ ਕੋਈ ਉਹਦੇ ਵਿੱਚ ਫਿਕਸ ਕਰਨ ਵਾਲੀ ਤਰੀਕ ਆ ਤੇ ਉਹਨੂੰ ਫਿਕਸ ਕਰਕੇ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੇ ਵਿੱਚ ਜਥੇਦਾਰ ਸਾਹਿਬ ਅਪੀਲ ਕਰਨ ਕਿ ਭਾਈ ਅਸਲੀ ਨਾਨਕਸ਼ਾਹੀ ਕੈਲੰਡਰ ਜਿਹੜਾ ਮੂਲ 2003 ਦੇ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਇਆ ਸੀ, ਉਹਨੂੰ ਪ੍ਰਵਾਨ ਕੀਤਾ ਸੀ, ਆਮ ਸੰਗਤ ਜਿਹੜੀ ਆ ਉਹਦੇ ਲਿਹਾਜ਼ ਦੇ ਨਾਲ ਹੀ ਆਪਣੇ ਜਿਹੜੇ ਦਿਹਾੜੇ ਮਨਾਓ। ਜੀ ਬਿਲਕੁਲ ਵੀਰ ਜੀ, ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਿਨ ਨੂੰ ਅਮਰੀਕਾ ਜਾਂ ਪਾਕਿਸਤਾਨ ਦੇ ਵਿੱਚ ਕਿਵੇਂ ਮਨਾਇਆ ਜਾ ਰਿਹਾ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਦੇਖੋ ਭੈਣ ਜੀ, ਬਾਬਾ ਨਾਨਕ ਸਾਡਾ ਅਸਲੀ, ਦੇਖੋ ਮੈਂ ਬਾਰ-ਬਾਰ ਕਈ ਵਾਰੀ ਇਹ ਗੱਲ ਦੁਹਰਾਈ ਆ ਕਿ ਪਤਾ ਨਹੀਂ ਉਦੋਂ ਕਿਹੜਾ ਸਮਾਂ ਸੀ, ਕਿਵੇਂ ਕੌਮ ਨੇ ਫੈਸਲਾ ਕੀਤਾ ਕਿ ਜਿੱਥੇ ਸਿੱਖੀ ਦਾ ਜਨਮ ਹੋਇਆ ਅਸੀਂ ਉਹਨੂੰ ਛੱਡ ਕੇ 1947 ਦੇ ਵਿੱਚ ਸਾਨੂੰ ਆਪਣਾ ਇੱਧਰ ਆਉਣਾ ਪਿਆ। ਔਰ ਅੱਜ ਉਸ ਮੁਲਕ ਦੇ ਵਿੱਚ ਜਿਹੜਾ ਇੱਕ ਇਸਲਾਮਿਕ ਕੰਟਰੀ ਆ ਉਹਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਨਾਨਕਸ਼ਾਹੀ ਕੈਲੰਡਰ ਅਨੁਸਾਰ, ਕਿਉਂਕਿ ਬਾਬੇ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਔਰ ਬੰਦੀ ਛੋੜ ਦਿਵਸ, ਹੋਲਾ ਮਹੱਲਾ, ਇਹ ਤਿੰਨੇ ਚੀਜ਼ਾਂ ਇਹ ਨਵੇਂ ਕੈਲੰਡਰ ਦੇ ਵਿੱਚ ਫਿਕਸ ਕਰਨ ਵਾਲੀਆਂ ਸੀ। ਪਰ ਸਾਡੇ ਇੱਥੋਂ ਅਮਰੀਕਾ ਤੋਂ ਡਾਕਟਰ ਪ੍ਰਤਪਾਲ ਸਿੰਘ ਜੀ ਹੋਣੀ ਜਿਹੜੇ ਹਰ ਸਾਲ ਉੱਥੇ ਜਾਂਦੇ ਨੇ, ਉੱਥੇ ਬਾਹਰਲੇ ਪ੍ਰਦੇਸ਼ਾਂ ਦੇ ਵਿੱਚੋਂ ਗੁਰੂ ਘਰਾਂ ਦੇ ਪ੍ਰਬੰਧਕ ਜਾਂਦੇ ਨੇ, ਔਰ ਉਸ ਧਰਤੀ ਦੇ ਉੱਤੇ ਮੇਰਾ ਖਿਆਲ ਇੱਕ ਅਲੋਲ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਦਾ ਕਿ ਨਨਕਾਣਾ ਸਾਹਿਬ ਦੇ ਵਿੱਚ ਕਿਵੇਂ ਜਸ਼ਨ ਕੀਤੇ ਜਾਂਦੇ ਨੇ ਜਦੋਂ ਬਾਬਾ ਨਾਨਕ ਦੇਵ ਜੀ ਨੇ ਆਪਣਾ ਅਵਤਾਰ ਧਾਰਿਆ। ਅਸੀਂ ਅਮਰੀਕਾ ਦੇ ਵਿੱਚ ਹਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਉਸ ਧੁਰੇ ਨਾਲ ਜੁੜੀਏ ਕਿ ਬਾਬੇ ਨਾਨਕ ਦੇਵ ਜੀ ਨੇ ਡਾਇਲਾਗ ਦੇ ਨਾਲ ਇੰਨੀ ਦੁਨੀਆ ਦਾ ਸੁਧਾਰ ਕੀਤਾ। ਅਸੀਂ ਵੀ ਛੋਟੇ-ਛੋਟੇ ਝਗੜਿਆਂ ਤੋਂ ਉੱਪਰ ਉੱਠ ਕੇ ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਨੂੰ ਅਪਣਾਈਏ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਸੋ ਪ੍ਰਦੇਸ਼ਾਂ ਦੇ ਵਿੱਚ ਇਹੀ ਸਾਡੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪ੍ਰਬੰਧਕਾਂ ਨੂੰ, ਸਿੱਖ ਸੰਸਥਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਓ ਜਿੱਥੇ ਅਸੀਂ ਆਸ਼ਤਵਾਜ਼ੀਆਂ ਕਰਨੀਆਂ ਨੇ, ਜਿੱਥੇ ਵੱਡੇ ਲੰਗਰ ਲਾਉਣੇ ਨੇ, ਉੱਥੇ ਅਸੀਂ ਸ਼ਬਦ ਦਾ ਲੰਗਰ ਵੀ ਲਾਈਏ ਔਰ ਗੁਰਬਾਣੀ ਨੂੰ ਆਪ ਪੜ੍ਹੀਏ। ਗੁਰੂ ਦਾ ਫਰਮਾਨ ਹੈ, ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ। ਸਾਡਾ ਅੱਜ ਅਸੀਂ ਕਿਉਂ ਤੋਂ ਫਾੜ ਹੋਏ ਬੈਠੇ ਹਾਂ, ਇੱਕੋ ਇੱਕ ਸਾਡਾ ਕਾਰਨ ਹੈ ਕਿ ਅਸੀਂ ਉਸ ਗੁਰਬਾਣੀ ਨਾਲੋਂ ਟੁੱਟ ਗਏ ਹਾਂ। ਪ੍ਰਣ ਕਰੀਏ ਬਾਬਾ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਕਿ ਜੋ ਸਾਡੇ ਜੀਵਨ ਦਾ ਆਧਾਰ ਹੈ, ਜੋ ਸਾਡੀ ਜੀਵਨ ਜਾਚ ਹੈ, ਉਹਨੂੰ ਪੜ੍ਹ ਕੇ ਗੁਰਬਾਣੀ ਦੇ ਨਾਲ ਜੁੜੀਏ। ਜੀ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਸਿੱਖ ਸੰਗਤਾਂ ਦੇ ਨਾਲ। ਤੇ ਵੀਰ ਜੀ, ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਅੱਜ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਫਿਰ ਦੁਬਾਰਾ ਤੁਹਾਡੀ ਸਮੁੱਚੀ ਟੀਮ ਦਾ
ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਤੁਹਾਨੂੰ ਸਮੁੱਚੇ ਪ੍ਰਬੰਧਕ ਵੀਰਾਂ ਨੂੰ ਇਸ ਟੀਮ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਤਾਂ ਕਿ ਤੁਹਾਡੇ ਚੈਨਲ ਰਾਹੀਂ ਅੱਜ ਅਨੇਕਾਂ ਹੀ ਬਜ਼ੁਰਗ ਬੱਚੇ ਜਿਹੜੇ ਜੁੜੇ ਨੇ ਔਰ ਉਹ ਆਪਣੀ ਗੁਰਸਿੱਖੀ ਦੀ ਸੋਝੀ ਪ੍ਰਾਪਤ ਕਰ ਰਹੇ ਨੇ। ਤੁਹਾਨੂੰ ਹਮੇਸ਼ਾ ਹੀ ਗੁਰੂ ਮਹਾਰਾਜ ਤਰੱਕੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।